ਸਾਹਿਬ ਸ਼੍ਰੀ ਗੁਰੂ ਮਹਾਰਾਜ ਜੀ ਦੀ ਅਪਾਰ ਰਹਿਮਤ ਕਿਰਪਾ ਸਦਕਾ ਅੱਜ 553ਵੇਂ ਨਾਨਕਸ਼ਾਹੀ ਸੰਮਤ ਦੀ ਆਰੰਭਤਾ ਹੁੰਦੀ ਹੈ। ਨਾਲ ਹੀ ਸੰਗਰਾਂਦ ਦੇ ਚੇਤਰ ਮਹੀਨੇ ਦੀ ਵੀ ਆਰੰਭਤਾ ਹੈ। ਸੋ ਸੰਗਤਾਂ ਨੂੰ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਬਹੁਤ ਬਹੁਤ ਵਧਾਈ ਹੋਵੇ। ਸਭਨਾਂ ਨੂੰ ਪਾਤਸ਼ਾਹ ਜੀ ਅੰਗ ਸੰਗ ਸਹਾਈ ਹੋਵਨ, ਇਸੇ ਤਰ੍ਹਾਂ ਆਪਣੇ ਨਾਮ ਦੇ ਨਾਲ ਸੇਵਾ ਸਿਮਰਨ ਦੇ ਨਾਲ ਜੋੜੀ ਰੱਖਣ। ਸੋ ਅੱਜ ਚੜ੍ਹਿਆ ਨਵਾਂ ਸੰਮਤ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਚੇਤਰ ਦੇ ਮਹੀਨੇ ਦੇ ਵਿੱਚ ਸਾਨੂੰ ਕੀ ਉਪਦੇਸ਼ ਕਰ ਰਹੇ ਨੇ। ਗਰੀਬ ਨਿਵਾਜ ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਮਾਝ ਰਾਗ ਦੇ ਅੰਦਰ 12 ਮਹਾਂ ਦੇ ਵਿੱਚ ਘਰ ਚੌਥਾ ਸਤਿਗੁਰ ਪਾਤਸ਼ਾਹ ਜੀ 133 ਅੰਗ ਦੇ ਉੱਤੇ ਇਹ ਮਹੀਨਿਆਂ ਦੀ ਵਰਤਾਂਤ ਆਰੰਭ ਕਰਦੇ ਨੇ। ਸਤਿਗੁਰ ਪਾਤਸ਼ਾਹ ਜੀ ਆਰੰਭ ਕਰਦੇ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕੇ ਇਨਸਾਨ ਆਪਣੇ ਕਰਮਾਂ ਕਰਕੇ ਵਿਛੜਿਆ ਹੋਇਆ ਕਿ हे ਪਿਤਾ, हे ਪਰਮੇਸ਼ਵਰ, ਮੈਂ ਆਪਣੇ ਕਰਮਾਂ ਕਰਕੇ ਵਿਛੜਿਆ ਹੋਇਆ। ਮੇਰੇ ਕਰਮ ਇਹੋ ਜਿਹੇ ਨੇ ਜਿਹੜਾ ਕਿ ਮੈਂ ਆਪ ਜੀ ਤੋਂ ਦੂਰ ਹਾਂ। ਕਰ ਕਿਰਪਾ ਮੇਲੋ ਰਾਮ, ਮੇਰੇ ਤੇ ਰਹਿਮਤ ਕਰੋ, ਮੈਨੂੰ ਮਿਲਾ ਲਵੋ, ਮੈਨੂੰ ਬਖਸ਼ਿਸ਼ ਕਰੋ, ਮੈਨੂੰ ਆਪਣੇ ਨਾਲ ਮਿਲਾ ਲਵੋ। ਕਿਉਂ? ਚਾਰ ਕੁੰਟ ਦਾ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਪਾਤਸ਼ਾਹ ਜੀ ਮੈਂ ਚਾਰੇ ਕੁੰਟਾਂ ਦਿਸ਼ਾਵਾਂ ਦੇ ਵਿੱਚ ਘੁੰਮ ਕੇ ਵੇਖ ਲਿਆ। ਆਪ ਜੀ ਤੋਂ ਜ਼ੋਰ ਵਾਲਾ, ਆਪ ਜੀ ਤੋਂ ਬਲਸ਼ਾਲੀ, ਆਪ ਜੀ ਤੋਂ ਬਗੈਰ ਇਸ ਦੁਨੀਆ ਇਸ ਸੰਸਾਰ ਚ ਮੈਨੂੰ ਕੋਈ ਹੋਰ ਦਿਖਦਾ ਨਹੀਂ। ਮੈਂ ਥੱਕ ਹਾਰ ਕੇ ਆਪ ਦੇ ਚਰਨ ਵਿੱਚ ਆ ਪਿਆ। ਗਰੀਬ ਨਿਵਾਜ ਧੇਨ ਦੁਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਬਿਨਾਂ ਦੁੱਧ ਤੋਂ ਜਿਵੇਂ ਮੱਝ ਕਿਸੇ ਕੰਮ ਦੀ ਨਹੀਂ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ, ਜਿਵੇਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ। ਹਰ ਨਾਹ ਨਾ ਮਿਲਿਆ ਸਾਜ ਨਹਿ ਕਤ ਪਾਈਐ ਬਿਸਰਾਮ। ਕਿਸ ਤਰ੍ਹਾਂ ਇਸ ਮਨ ਨੂੰ ਠਹਿਰ ਆਵੇ, ਕਿਸ ਤਰ੍ਹਾਂ ਵਿਸਰਾਮ ਆਵੇ, ਕਿਸ ਤਰ੍ਹਾਂ ਮੈਨੂੰ ਠੰਡ ਪਵੇ। ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਪਾਤਸ਼ਾਹ ਕਹਿੰਦੇ ਨੇ ਜਿਹੜੇ ਘਰ, ਜਿਹੜੇ ਹਿਰਦੇ ਚ, ਜਿਹੜੇ ਮਨ ਦੇ ਵਿੱਚ, ਜਿਸ ਦੀ ਮਤ ਦੇ ਵਿੱਚ ਕਹਿੰਦੇ ਜੇਕਰ ਪਰਮਾਤਮਾ ਦਾ ਵਾਸਾ ਨਾ ਹੋਵੇ ਤੇ ਉੱਥੇ ਭੱਠ ਨਗਰ ਸੇ ਗ੍ਰਾਮ, ਵਿਕਾਰਾਂ ਦੀ ਜਿਹੜੇ ਅੱਗ ਹੈ ਉਹ ਅੰਦਰ ਬਲਦੀ ਪਈ ਹੈ। ਪਾਤਸ਼ਾਹ ਜੀ ਅੱਗੇ ਸਮਝਾਉਣਾ ਕਰ ਰਹੇ ਨੇ, ਸਰਬ ਸ਼ਿੰਗਾਰ ਤੰਬੋਲ ਰਸਣ ਦੇ ਹੀ ਸਭ ਖਾਮ। ਭਾਵੇਂ ਇਨਸਾਨ ਕਿੰਨਾ ਵੀ ਬਾਹਰੀ ਰੂਪ ਦੇ ਉੱਤੇ ਸ਼ਿੰਗਾਰ ਕਰਦਾ ਹੈ, ਉਹ ਸਭ ਖਾਣ ਨੂੰ ਆਉਂਦੇ ਨੇ ਜੇਕਰ ਉਹ ਪਰਮਾਤਮਾ ਅੰਦਰ ਆਪ ਨਾ ਵਸਿਆ ਹੋਵੇ, ਆਪ ਬਖਸ਼ਿਸ਼ ਨਾ ਕਰੇ। ਪ੍ਰਭ ਸੁਆਮੀ ਕੰਤ ਵੀ ਹੋਣੀਆਂ ਮੀਤ ਸੱਜਣ ਸਭ ਜਾਮ, ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਨੂੰ ਬਖਸ਼ਿਸ਼ ਕਰੋ, ਮੇਰੀ ਅਰਦਾਸ ਬੇਨਤੀ ਹੈ ਕਿ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸਕਾ ਨਿਹਚਲ ਧਾਮ। ਜਿਹੜਾ ਨਿਹਚਲ ਧਾਮ ਹੈ, ਕਦੇ ਵੀ ਡੋਲਣ ਵਾਲਾ ਧਾਮ ਨਹੀਂ। ਪਾਤਸ਼ਾਹ ਜੀ ਫਿਰ ਚੇਤ ਮਹੀਨੇ ਦੀ ਆਰੰਭਤਾ ਕਰਦੇ ਨੇ। ਗਰੀਬ ਨਿਵਾਜ ਸਮਝਾਉਣਾ ਕਰ ਰਹੇ ਨੇ, ਚੇਤ ਗੋਬਿੰਦ ਆਰਾਧਿਐ ਹੋਵੇ ਅਨੰਦ ਕਣਾ। ਹੁਣ ਇੱਥੇ ਸਮਝਣ ਵਾਲੀ ਗੱਲ ਹੈ ਕਿ ਸ਼ਾਇਦ ਸਿਰਫ ਚੇਤ ਦਾ ਮਹੀਨਾ ਜਾਂ ਇੱਕੋ ਹੀ ਇਹੋ ਜਿਹਾ ਮਹੀਨਾ ਜਿਸ ਦੇ ਵਿੱਚ ਆਰਾਧਨ ਦੇ ਨਾਲ ਪਰਮਾਤਮਾ ਪ੍ਰਾਪਤ ਹੋ ਸਕਦਾ। ਪਰ ਸਮਝਣਾ ਤਾਂ ਇੱਥੇ ਸਮਝ ਆ ਸਕਦੀ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਤਾਂ ਸਮਝਿਆ ਜਾ ਸਕਦਾ ਹੈ ਜਦੋਂ ਗੁਰਬਾਣੀ ਨੂੰ ਪੜਾਂਗੇ, ਗੁਰਬਾਣੀ ਦਾ ਅਧਿਐਨ ਕਰਾਂਗੇ ਜਾਂ ਵਿਚਾਰ ਦੇ ਨਾਲ ਜੁੜਾਂਗੇ। ਜਦੋਂ ਅਸੀਂ ਪੜ੍ਹਦੇ ਹਾਂ, ਦੇਖਦੇ ਹਾਂ, ਚੇਤ ਤੱਤੇ ਨੂੰ ਸਿਹਾਰੀ ਹੈ, ਛੋਟੀ ਦੀ ਮਾਤਰਾ ਹੈ। ਭਾਵ ਕਿ ਚੇਤ ਮਹੀਨੇ ਦੁਆਰਾ, ਇਹਨੇ ਕਿ ਇੱਕ ਮਹੀਨੇ ਦੀ ਕਿਸੇ ਦੀ ਗੱਲ ਹੈ ਕਿ ਉਸੇ ਵਿੱਚ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ, ਨਹੀਂ। ਕਹਿਣ ਤੋਂ ਭਾਵ ਹੈ ਕਿ ਇਸ ਚੇਤ ਮਹੀਨੇ ਦੁਆਰਾ ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਚੇਤ ਗੋਬਿੰਦ ਆਰਾਧਿਐ ਹੋਵੇ ਅਨੰਦ ਕਣਾ। ਕਿ ਜਦੋਂ ਇਸ ਚੇਤਰ ਮਹੀਨੇ ਦੇ ਵਿੱਚ ਵੀ ਜੇਕਰ ਤੁਸੀਂ ਉਸ ਪਰਮਾਤਮਾ ਨੂੰ ਧਿਆਉਣਾ ਕਰੋਗੇ ਤੇ ਮਨ ਵਿੱਚ ਆਨੰਦ ਪੈਦਾ ਹੋ ਜਾਏਗਾ। ਕਿਉਂਕਿ ਆਨੰਦ ਦਾ ਅਪੋਜ਼ਿਟ ਕੋਈ ਨਹੀਂ। ਆਨੰਦ ਹੁੰਦਾ ਕਦੋਂ ਹੈ? ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਸਿਰਫ ਔਰ ਸਿਰਫ ਤਾਂ ਹੀ ਆਨੰਦ ਪੈਦਾ ਹੁੰਦਾ ਹੈ ਜਦੋਂ ਸਤਿਗੁਰੂ ਆ ਮਿਲਦਾ ਹੈ, ਉਸ ਤੋਂ ਬਗੈਰ ਕੋਈ ਸੁੱਖ ਨਹੀਂ। ਚੇਤ ਗੋਬਿੰਦ ਆਰਾਧਿਆ ਹੋਵੇ ਅਨੰਦ ਕਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਕਹਿੰਦੇ ਮੈਨੂੰ ਬਖਸ਼ਿਸ਼ ਕੀਤੀ ਉਹਨਾਂ ਸੰਤ ਜਨ, ਗੁਰੂ ਜਨ ਦਾ ਮੇਲ ਹੋਇਆ ਜਿਸ ਦੇ ਨਾਲ ਮੈਂ ਰਸਨਾ ਤੋਂ ਉਸਦਾ ਨਾਮ ਉਚਾਰਨ ਕਰਾਂ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਹੁਣ ਉਹਨਾਂ ਦਾ ਹੀ ਆਇਆ ਸਫਲ ਹੈ ਜਿਸ ਨੇ ਆਪਣੀ ਰਸਨਾ ਦੇ ਨਾਲ ਉਸ ਪਰਮਾਤਮਾ ਦੇ ਗੁਣ ਗਾਏ ਨੇ। ਉਹਨਾਂ ਦਾ ਜਨਮ ਸਫਲਾ ਹੈ। ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਕਿਉਂ? ਕਿਉਂਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਉਂਕਿ ਆਪਣੇ ਕਰਮਾਂ ਕਰਕੇ ਵਿਛੜਿਆ ਹੋਇਆ। ਤੇ ਜਦੋਂ ਪਤਾ ਲੱਗਿਆ, ਪਾਤਸ਼ਾਹ ਕਹਿੰਦੇ ਇੱਕ ਖਿਨ ਤਿਸ ਬਿਨ ਜੀਵਣਾ, ਕਹਿੰਦੇ ਇੱਕ ਖਿਨ, ਇੱਕ ਘੜੀ ਵੀ ਜੇਕਰ ਛੋਟਾ ਜਿਹਾ ਪਲ ਮਾਤਰ ਵੀ ਜੇਕਰ ਉਸ ਪਰਮਾਤਮਾ ਨੂੰ ਵਿਸਾਰ ਦਈਏ ਨਾ, ਖਿਨ ਜਿੰਨਾ ਵੀ ਕਹਿੰਦੇ ਨੇ ਅਨੇਕਾਂ ਹੀ ਦੁੱਖ ਪ੍ਰਾਪਤ ਹੁੰਦੇ ਨੇ, ਅਨੇਕਾਂ ਹੀ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ। ਕਿਉਂਕਿ ਉਹ ਪਰਮਾਤਮਾ ਤੇ ਜਲ ਥਲ ਦੇ ਵਿੱਚ ਸਾਰੀ ਜਗ੍ਹਾ ਸਮਾਇਆ ਹੋਇਆ। ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਜਣਾ। ਜਿੱਥੇ ਪਰਮਾਤਮਾ ਵਸਦਾ ਨਹੀਂ, ਜਦੋਂ ਪਰਮਾਤਮਾ ਚਿਤ ਚੇਤੇ ਨਹੀਂ ਆਉਂਦਾ, ਜਦੋਂ ਉਸਨੂੰ ਨਹੀਂ ਅਰਾਧੀਏ, ਤੇ ਪਾਤਸ਼ਾਹ ਕਹਿੰਦੇ ਨੇ ਇੰਨੇ ਦੁੱਖ ਹੁੰਦੇ ਨੇ। ਸੋ ਪ੍ਰਭ ਚਿਤ ਨਾ ਆਵੇ ਕਿਤੜਾ ਦੁੱਖ ਗਣਾ, ਜਿਹੜੇ ਸੁਣਾਇਆ ਨਹੀਂ ਜਾ ਸਕਦੇ। ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਕਹਿੰਦੇ ਜਿਨ੍ਹਾਂ ਨੇ ਰਾਵਿਆ ਹੈ, ਜਿਨ੍ਹਾਂ ਨੇ ਅਰਾਧਿਆ ਹੈ, ਅਰਾਧਨ ਤੋਂ ਭਾਵ ਜਿਨ੍ਹਾਂ ਨੇ ਉਸਦੇ ਹੁਕਮ ਨੂੰ ਸੱਚ ਕਰਕੇ ਜਾਣਿਆ ਹੈ ਤੇ ਉਸਦੇ ਉੱਤੇ ਅਮਲ ਕੀਤਾ ਹੈ। ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ। ਉਹ ਸੁਲੱਖਣੇ ਨੇ ਭਾਗ ਉਹਨਾਂ ਦੇ, ਉਹ ਧਨ ਨੇ, ਉਹਨਾਂ ਦੇ ਭਾਗ ਹਰੇ ਨੇ। ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ। ਕਿਉਂ ਲੋਚਦਾ? ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਨ। ਹੁਣ ਤੇ ਕੋਈ ਜਰੀਆ ਨਹੀਂ ਨਾ ਦਿਖਦਾ, ਹੁਣ ਤੇ ਕੋਈ ਜਗ੍ਹਾ ਨਹੀਂ ਦਿਖਦੀ। ਕਿਉਂ ਲੋਚਦਾ? ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਅੰਦਰ ਅੱਗ ਬਲ ਰਹੀ ਹੈ ਵਿਕਾਰਾਂ ਦੀ। ਅਗਰ ਅੰਦਰ ਅੱਗ ਹੈ ਤੇ ਉਸ ਨੂੰ ਕੌਣ ਸਹੀ ਕਰ ਸਕਦਾ ਹੈ? ਪਾਤਸ਼ਾਹ ਜੀ ਕਹਿ ਰਹੇ ਨੇ ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਜਿਨ੍ਹਾਂ ਦੇ ਭਾਗ ਚੰਗੇ ਹੋ ਜਾਂਦੇ ਨੇ, ਕਿਹਨਾਂ ਦੇ? ਜਿਹੜਾ ਕਿ ਉਸਨੂੰ ਰਾਵਦੇ ਨੇ, ਜਿਹੜੇ ਉਸਨੂੰ ਧਿਆਉਂਦੇ ਨੇ। ਹਰ ਦਰਸ਼ਨ ਕੋ ਮਨ ਲੋਚਦਾ। ਹੁਣ ਤਾਂਗ ਪੈਦਾ ਹੋਈ। ਕਹਿੰਦੇ ਨੇ ਕਿ ਜੇ ਪਿਆਸ ਨਾ ਹੋਵੇ ਬੰਦੇ ਨੂੰ, ਤੇ ਪਾਣੀ ਭਾਵੇਂ ਸਾਹਮਣੇ ਗਲਾਸ ਭਰਿਆ ਰੱਖਿਆ ਹੋਵੇ, ਜੱਗ ਭਰਿਆ ਹੋਵੇ, ਤੇ ਉਸਨੂੰ ਕੋਈ ਮਾਇਨੇ ਨਹੀਂ ਰੱਖਦਾ। ਤੇ ਜੇਕਰ ਪਿਆਸ ਲੱਗੀ ਹੋਵੇ ਨਾ, ਤ੍ਰੇਹ ਲੱਗੀ ਹੋਵੇ, ਤੇ ਬੰਦਾ ਮੱਲੋ ਮੱਲੀ ਮੰਗਦਾ ਕਿ ਮੈਨੂੰ ਪਾਣੀ ਚਾਹੀਦਾ, ਮੈਨੂੰ ਪਿਆਸ ਲੱਗੀ ਹੈ। ਜੇਕਰ ਸਾਹਮਣੇ ਭੋਜਨ ਪਿਆ ਹੋਵੇ, ਜੇ ਭੁੱਖ ਨਾ ਹੋਵੇ ਤੇ ਉਸਦੇ ਕੋਈ ਮਾਇਨੇ ਨਹੀਂ ਰੱਖਦੇ। ਜੇ ਭੁੱਖ ਲੱਗੀ ਹੋਵੇ ਤਾਂ ਬੰਦਾ ਫਿਰ ਭਾਂਡਿਆਂ ਦੀ ਵੀ, ਚਮਚਾਂ ਦੀ ਵੀ ਲੋੜ ਨਹੀਂ ਸਮਝਦਾ। ਫਟਾਫਟ ਜਿਸ ਤਰ੍ਹਾਂ ਵੀ ਹੈ ਖਾਣਾ, ਠੰਡਾ ਭਾਵੇਂ ਤੱਤਾ ਖਾਣ ਨੂੰ ਆਉਂਦਾ। ਕਿਉਂ? ਕਿਉਂਕਿ ਭੁੱਖ ਲੱਗੀ ਹੈ। ਜ਼ਰੂਰੀ ਹੈ ਜਦੋਂ ਨਾਮ ਸਿਮਰਨ ਕਰੀਦਾ, ਜਦੋਂ ਪਰਮਾਤਮਾ ਦੀ ਤਾਂਗ ਜਦੋਂ ਤੱਕ ਨਹੀਂ ਲੱਗਦੀ ਤੇ ਪਰਮਾਤਮਾ ਦੇ ਗੁਣਾਂ ਦਾ, ਉਦੋਂ ਤੱਕ ਸਾਨੂੰ ਪਤਾ ਨਹੀਂ ਲੱਗਦਾ। ਹੁਣ ਪਾਤਸ਼ਾਹ ਕਹਿੰਦੇ ਨੇ ਹਰ ਦਰਸ਼ਨ ਕੋ ਮਨ ਲੋਚਦਾ। ਹੁਣ ਤਾਂਗ ਪੈਦਾ ਹੋਈ ਹੈ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਮੈਂ ਉਹਨਾਂ ਦੇ ਚਰਨੀ ਲੱਗਾ, ਮੈਂ ਉਹਨਾਂ ਦੇ ਬਲਿਹਾਰੇ ਜਾਣਾ, ਮੈਂ ਉਹਨਾਂ ਦੀ ਸੇਵਾ ਵਿੱਚ ਲੱਗਾ ਜਿਸ ਨੇ ਮੈਨੂੰ ਉਸ ਪਰਮਾਤਮਾ ਦੇ ਦਰਸ਼ਨ ਦੀਦਾਰ ਕਰਵਾਏ ਨੇ। ਕਿਉਂਕਿ ਇਹੋ ਜਿਹੀ ਭੁੱਖ ਹੈ ਜਿਸ ਦੇ ਵਿੱਚ ਜਿਵੇਂ ਦੁਨਿਆਵੀ ਭੁੱਖ ਤੇ ਭਾਵੇਂ ਲੰਗਰ ਪ੍ਰਸ਼ਾਦਾ ਛਕ ਕੇ ਮਿਟ ਜਾਂਦੀ ਹੈ, ਪਿਆਸ ਜਿਹੜੀ ਹੈ ਤ੍ਰੇਹ ਲੱਗੀ ਹੁੰਦੀ ਹੈ, ਤਾਂ ਪਿਆਸ ਪਾਣੀ ਪੀਣ ਦੇ ਨਾਲ, ਕੋਈ ਦਰਵ ਪਦਾਰਥ ਪੀਣ ਨਾਲ ਬੁੱਝ ਜਾਂਦੀ ਹੈ। ਪਰ ਇਹ ਭੁੱਖ ਇਹੋ ਜਿਹੀ ਹੈ, ਇਸਦੇ ਆਪੋਜ਼ਿਟ ਜਿੰਨਾ ਇਸਨੂੰ ਖਾਵਾਂਗੇ, ਜਿੰਨਾ ਇਸਨੂੰ ਅਰਾਧਾਂਗੇ, ਕਹਿੰਦੇ ਨੇ ਇਹ ਭੁੱਖ ਮਿਟਦੀ ਨਹੀਂ, ਹੋਰ ਵੱਧਦੀ ਜਾਂਦੀ ਹੈ। ਹੋਰ ਗੁਣਾਂ ਦਾ ਵਿਸਥਾਰ, ਹੋਰ ਜਾਣਨ ਵਾਸਤੇ, ਹੋਰ ਪਰਮਾਤਮਾ ਦੇ ਨਾਲ ਲੱਗੀ ਜਾਂਦੀ ਹੈ, ਹੋਰ ਪਰਮਾਤਮਾ ਦੀ ਬਖਸ਼ਿਸ਼ ਹੋਈ ਜਾਂਦੀ ਹੈ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਨੂੰ ਵੀ ਇਹਨਾਂ ਦੇ ਬਚਨਾਂ ਦੇ ਉੱਤੇ ਚੱਲਣ ਦੀ ਬਖਸ਼ਿਸ਼ ਕਰ ਦੇਣ, ਤਾਂ ਕਿ ਅਸੀਂ ਵੀ ਗੁਰੂ ਪਾਤਸ਼ਾਹ ਜੀ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲ ਕੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਜੋ ਬੈਠਾ ਹੈ, ਜੋ ਅੰਦਰ ਹੈ, ਉਸ ਨੂੰ ਦੇਖ ਸਕੀਏ, ਉਸ ਨੂੰ ਅਰਾਧ ਸਕੀਏ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ। ਇੱਕ ਵਾਰ ਫਿਰ 553ਵੇਂ ਨਾਨਕਸ਼ਾਹੀ ਸੰਮਤ ਦੀਆਂ ਲੱਖ ਲੱਖ ਵਧਾਈਆਂ ਹੋਣ। ਪਾਤਸ਼ਾਹ ਜੀ ਰਹਿਮਤ ਕਰਨ। ਕੱਲ ਦਾ ਦਿਨ ਜੋ ਹੈ ਸੋਮਵਾਰ ਦਾ ਦਿਹਾੜਾ ਹੈ। ਬੀਬੀਆਂ ਭੈਣਾਂ ਮਾਤਾਵਾਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਦੇ ਵਿੱਚ ਕੀਤੇ ਜਾਂਦੇ ਨੇ। ਸੋ ਬੇਨਤੀ ਹੈ ਕਿ ਭੇਜੇ ਹੋਏ ਲਿੰਕਾਂ ਦੇ ਉੱਤੇ ਜਰੂਰ ਜੁੜਨ ਦੀ ਕਿਰਪਾਲਤਾ ਕਰਨੀ।
ਸੋ ਰਹਿਮਤ ਕਰਨ, ਪਾਤਸ਼ਾਹ ਜੀ ਕਿਰਪਾ ਕਰਨ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।